किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 8वें कांड का 10वां भाग डेरावाद अथवा संत डेरियां दी महिमा। वाहिगुरू जी का खालसा वाहिगुरू जी की फतेह। ज्ञान सिंह हुण ज़रा इस बारे भी चानना पा दिओ कि आप जी दे मामा जी दे घर आए हुए संतां दे बारे ਇਹ ਗੱਲ ਕਿਵੇਂ ਏਡੀ ਧੁੰਮ ਗਈ ਕਿ ਸੰਤ ਰਾਮ ਸਿੰਘ ਜੀ ਦਿਆਲ ਹੋ ਕੇ ਜਿਸ ਦੇ ਘਰ ਵਿੱਚ ਜਾ ਕੇ ਪਾਠ ਕਰਦੇ ਹਨ ਉਸ ਦੀਆਂ ਮੁਰਾਦਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਹਨ। ਭਾਈ ਜੀਵਨ ਸਿੰਘ ਤਾਂ ਮੈਨੂੰ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਦੱਸਦਾ ਹੁੰਦਾ ਹੈ ਕਿ ਸੰਤ ਜੀ ਨਾਲ ਉਹ ਚੌਹਾਂ ਘਰਾਂ ਵਿੱਚ ਪਾਠ ਕਰਨ ਦੀ ਸੇਵਾ 'ਤੇ ਗਿਆ। ਉਹਨਾਂ ਚੌਹਾਂ ਦੇ ਘਰੀਂ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਅਜਿਹੇ ਪ੍ਰਚਾਰ ਨੂੰ ਝੂਠਾ ਸਾਬਤ ਕਰ ਸਕਣ ਲਈ ਕੋਈ ਠੋਸ ਸਬੂਤ ਮਿਲ ਜਾਏ ਤਾਂ ਡੇਰਾਵਾਦ ਦਾ ਪੋਲ ਨੰਗਾ ਕਰਨ ਵਿੱਚ ਸਾਨੂੰ ਵੀ ਸੌਖ ਰਹੇਗੀ। ਗੁਰਦਿਆਲ ਸਿੰਘ ਤੁਸੀਂ ਖੇਚਲ ਕਰਕੇ 5 ਮਿੰਟਾਂ ਲਈ ਭਾਈ ਜੀਵਨ ਸਿੰਘ ਨੂੰ ਬੁਲਾ ਲਿਆਓ। ਭਾਈ ਜੀਵਨ ਸਿੰਘ ਦੇ ਨਾਲ ਈਸ਼ਰ ਸਿੰਘ ਜੀ ਨੂੰ ਵੀ ਲੈ ਕੇ ਗਿਆਨ ਸਿੰਘ ਛੇਤੀ ਹੀ ਪਰਤ ਆਇਆ। ਗਿਆਨ ਸਿੰਘ ਸਬੱਬ ਨਾਲ ਹੀ ਅੱਜ ਤੜਕਸਾਰ ਇੱਕ ਬੀਬੀ ਸੰਤਾਂ ਨੂੰ ਮਿਲਣ ਆ ਗਈ ਤੇ ਟਹਿਲ ਸਿੰਘ ਵੀ ਸੰਤਾਂ ਕੋਲ ਚਲਾ ਗਿਆ, ਜਿਸ ਕਾਰਨ ਭਾਈ ਜੀਵਨ ਸਿੰਘ ਜੀ ਫਾਰਗ ਹੀ ਸਨ। ਈਸ਼ਰ ਸਿੰਘ ਜੀ ਆਪ ਜੀ ਦੇ ਬਚਨ ਸੁਣਨ ਲਈ ਰਾਤ ਦੇ ਹੀ ਉਤਾਵਲੇ ਸਨ, ਸੋ ਇਹ ਵੀ ਨਾਲ ਹੀ ਆ ਗਏ। ਗੁਰਦਿਆਲ ਸਿੰਘ ਭਾਈ ਜੀਵਨ ਸਿੰਘ ਜੀ ਸੰਤਾਂ ਦਾ ਇਹ ਡੇਰਾ ਕਿਤੇ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਕਿ ਜਾਂ ਸੰਤਾਂ ਦੀ ਆਪਣੀ ਕਿਰਪਾ ਨਾਲ ਹੀ ਰੌਣਕਾਂ ਲੱਗੀਆਂ ਹਨ? ਜੀਵਨ ਸਿੰਘ ਜੀ ਕੋਈ 15-16 ਸਾਲ ਤੋਂ ਸੰਤਾਂ ਮਹਾਂਪੁਰਖਾਂ ਨੇ ਆਪ ਹੀ ਇਹ ਭਾਗ ਲਾਏ ਹਨ। ਗੁਰਦਿਆਲ ਸਿੰਘ ਤੁਸੀਂ ਸੰਤ ਜੀ ਦੀ ਸੇਵਾ ਕਦੋਂ ਦੇ ਕਰ ਰਹੇ ਹੋ? ਜੀਵਨ ਸਿੰਘ ਕੋਈ 6-7 ਸਾਲ ਹੋ ਗਏ ਹੋਣਗੇ। ਗੁਰਦਿਆਲ ਸਿੰਘ ਸੰਤਾਂ ਕੋਲੋਂ ਪਾਠ ਕਰਾਉਣ ਲਈ ਕਾਫੀ ਲੋਕ ਆਉਂਦੇ ਰਹਿੰਦੇ ਹੋਣਗੇ। ਜੀਵਨ ਸਿੰਘ ਜੀ ਲੋਕਾਂ ਨੂੰ ਤਾਂ ਤਰਲੇ ਕਰਦਿਆਂ ਨੂੰ ਵਾਰ ਨਹੀਂ ਆਉਂਦਾ, ਸੰਤ ਜੀ ਬੜਾ ਵਿਰਲੇ ਦੇ ਘਰ ਹੀ ਜਾਂਦੇ ਹਨ। ਗੁਰਦਿਆਲ ਸਿੰਘ ਤੁਸੀਂ 6-7 ਸਾਲਾਂ ਵਿੱਚ ਕਿੰਨਿਆਂ ਘਰਾਂ ਵਿੱਚ ਪਾਠ ਦੀ ਸੇਵਾ ਨਿਭਾਈ ਹੋਵੇਗੀ? ਜੀਵਨ ਸਿੰਘ ਪੱਕਾ ਯਾਦ ਤੇ ਨਹੀਂ, ਪਰ ਅਟਾ-ਸਟਾ 20-22 ਘਰਾਂ ਵਿੱਚ ਤਾਂ ਦਾਸ ਸੰਤਾਂ ਦੀ ਸੇਵਾ ਵਿੱਚ ਜ਼ਰੂਰ ਹੀ ਹਾਜ਼ਰ ਰਿਹਾ ਹੈ। ਗੁਰਦਿਆਲ ਸਿੰਘ ਕੀ ਸੰਤਾਂ ਦਾ ਕੋਈ ਬਾਲ ਬੱਚਾ ਵੀ ਹੈ? ਜੀਵਨ ਸਿੰਘ ਜੀ ਇਸ ਤਪ ਅਸਥਾਨ ਵਿੱਚ ਤਾਂ ਕੋਈ ਨਹੀਂ। ਯੂਪੀ ਵਾਲੇ ਡੇਰੇ ਦਾਸ ਕਦੇ ਗਿਆ ਨਹੀਂ, ਉਸ ਥਾਂ ਦਾ ਦਾਸ ਨੂੰ ਪਤਾ ਨਹੀਂ। ਗੁਰਦਿਆਲ ਸਿੰਘ ਇਹ ਚਾਨਣਾ ਪਾਉਣ ਦੀ ਕਿਰਪਾ ਕਰ ਦਿਓ ਕਿ ਸੰਤਾਂ ਨੂੰ ਘਰ ਲੈ ਜਾਣ ਵਾਸਤੇ ਲੋਕ ਏਡੇ ਉਤਾਵਲੇ ਕਿਉਂ ਹੁੰਦੇ ਹਨ? ਜੀਵਨ ਸਿੰਘ ਜੀ ਜਿਵੇਂ ਤੁਹਾਡੇ ਮਾਮਾ ਜੀ ਤਰਲੇ ਕਰਕੇ ਲਿਆਏ ਹਨ, ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ, ਤਦੇ ਲੋਕ ਸੰਤ ਜੀ ਦੇ ਪਿੱਛੇ ਫਿਰਦੇ ਹਨ। ਗੁਰਦਿਆਲ ਸਿੰਘ ਤੁਸਾਂ ਸਤਿਗੁਰ ਦੇ ਸ਼ਰਧਾਲੂ ਸਿੰਘ ਹੋ, ਆਪ ਜੀ ਤੋਂ ਕਿਸੇ ਝੂਠ ਬੋਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹ ਦੱਸੋ ਕਿ ਸੰਤ ਜੀ ਜਿੰਨਿਆਂ ਘਰਾਂ ਵਿੱਚ ਆਪ ਜੀ ਦੀ ਹਾਜ਼ਰੀ ਵਿੱਚ ਗਏ ਹਨ, ਕਿ ਉਹਨਾਂ ਸਾਰਿਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਗਈਆਂ ਸਨ? ਕਿੰਨਿਆਂ ਸੰਤਾਨਹੀਣ ਘਰਾਂ ਵਿੱਚ ਸੰਤਾਂ ਦੀ ਮਿਹਰ ਨਾਲ ਸੰਤਾਨ ਹੋਈ ਹੈ? ਜੀਵਨ ਸਿੰਘ ਜੀ ਆਪ ਜੀ ਨਾਲ ਝੂਠ ਮੈਂ ਬੋਲ ਨਹੀਂ ਸਕਦਾ, ਪਰ ਡੇਰੇ ਦੀ ਕੋਈ ਗੱਲ ਦੱਸਣੀ ਵੀ ਮਹਾਂ ਪਾਪ ਹੈ, ਇਸ ਲਈ ਦਾਸ ਨੂੰ ਖਿਮਾ ਕਰੋ। ਜੀਵਨ ਸਿੰਘ ਨੇ ਫਤਿਹ ਬੁਲਾਈ ਤੇ ਖਿਸਕਦਾ ਬਣਿਆ। ਗੁਰਦਿਆਲ ਸਿੰਘ ਗੁਰਮੁਖ ਪਿਆਰੇ ਗਿਆਨ ਸਿੰਘ ਜੀ, ਆਪ ਜੀ ਨੂੰ ਅਜੇ ਵੀ ਕੋਈ ਸ਼ੰਕਾ ਹੈ ਕਿ ਸੰਤ ਜੀ ਦੇ ਨਾਲ ਜੀਵਨ ਸਿੰਘ ਜਿਨ੍ਹਾਂ ਚੌਹਾਂ ਘਰਾਂ ਵਿੱਚ ਗਿਆ ਸੀ, ਉਹਨਾਂ ਦੇ ਘਰੀਂ ਪੁੱਤਰ ਵਾਕਿਆ ਹੀ ਜਨਮੇ ਸਨ? ਜੀਵਨ ਸਿੰਘ ਤੇ ਦਾਸ ਦਾ ਮਨ ਇਸ ਗੱਲੋਂ ਰਾਜ਼ੀ ਹੈ ਕਿ ਉਸ ਨੇ ਜਿਹੜੀ ਗੱਪ ਤੁਹਾਡੇ ਨਾਲ ਮਾਰੀ ਸੀ, ਇੱਥੇ ਤੁਹਾਡੇ ਹੁੰਦਿਆਂ ਦੁਬਾਰਾ ਝੂਠ ਬੋਲਣ ਨਾਲੋਂ ਇੱਥੋਂ ਖਿਸਕ ਜਾਣਾ ਚੰਗਾ ਸਮਝਿਆ। ਗਿਆਨ ਸਿੰਘ ਬੜੀ ਅਚੰਭੇ ਵਾਲੀ ਗੱਲ ਵਰਤ ਰਹੀ ਹੈ। ਬੜੇ ਚੜ੍ਹਦੀ ਕਲਾ ਦੇ ਬਾਣੇ ਵਾਲਾ ਨਿਤਨੇਮੀ ਭਾਈ ਜੀਵਨ ਸਿੰਘ ਵੀ ਝੂਠਾ ਸਿੱਧ ਹੋਇਆ ਹੈ। ਕਿਸ ਤਰ੍ਹਾਂ ਦੇ ਪੋਲ ਨੰਗੇ ਹੋ ਰਹੇ ਹਨ? ਆਖੇ ਸੰਤਾਂ ਦਾ ਇੱਕ ਡੇਰਾ ਯੂਪੀ ਵਿੱਚ ਵੀ ਹੈ। ਡੇਰੇ ਦਾ ਕੋਈ ਗੁੱਝਾ ਭੇਦ ਵੀ ਹੈ ਜਿਹੜਾ ਜੀਵਨ ਸਿੰਘ ਦੱਸਣਾ ਨਹੀਂ ਸੀ ਚਾਹੁੰਦਾ। ਹੇ ਵਾਹਿਗੁਰੂ ਇਸ ਭੋਲੇ ਭਾਲੇ ਪਰਿਵਾਰ ਵਿੱਚ ਸੁੱਖ ਰੱਖੀ। ਗੁਰਦਿਆਲ ਸਿੰਘ ਗਿਆਨ ਸਿੰਘ ਜੀ ਸਾਡੇ ਘਰ ਇਹ ਤੋਂ ਵੱਧ ਮੰਦਾ ਭਾਣਾ ਹੋਰ ਵੀ ਵਰਤਣਾ ਹੈ। ਗੁਰੂ ਮਹਾਰਾਜ ਦੇ ਪਾਵਨ ਸਰੂਪ ਨਾਲੋਂ
ਇੱਕ ਪਖੰਡੀ ਸਾਧ ਦਾ ਇੱਜ਼ਤ ਮਾਣ ਵੱਧ ਹੋ ਰਿਹਾ। ਗੁਰਦੇਵ ਜੀ ਵਾਲੇ ਕਮਰੇ ਵਿੱਚ ਕੋਈ ਜਾਂਦਾ ਨਹੀਂ ਤੇ ਇੱਧਰ ਭੇਖੀ ਸਾਧ ਦੇ ਚਰਨ ਧੋ ਧੋ ਕੇ ਪੀਤੇ ਜਾ ਰਹੇ ਹਨ। ਇਸ ਦੀ ਆਓ ਭਗਤ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਗੋਲਿਆਂ ਅਤੇ ਵਾਜਿਆਂ ਨਾਲ ਕੀਤੀ ਗਈ ਅਤੇ ਗੁਰਦੇਵ ਜੀ ਬਾਰੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਸਮੇਂ ਘਰ ਲੈ ਆਉਂਦੇ ਸਨ। ਗੁਰੂ ਦੇ ਟਹਿਲੂਏ ਸਾਧ ਵਾਸਤੇ ਤਾਂ ਉਚੇਚੀ ਸੰਤ ਕੁਟੀਆ ਬਣਾਈ ਗਈ ਅਤੇ ਸੱਚੇ ਪਾਤਸ਼ਾਹ ਜੀ ਦੇ ਪੁਰਾਣੇ ਕਮਰੇ ਵਿੱਚ ਕੋਈ ਉਚੇਚ ਵੀ ਨਾ ਹੋ ਸਕੀ। ਏਡਾ ਵੱਡਾ ਅਨਰਥ ਅਤੇ ਪਾਪ ਦਾਸ ਦੇ ਹੀ ਮਾਮਾ ਜੀ ਦੇ ਘਰ ਹੋ ਰਿਹਾ ਹੋਵੇ ਅਤੇ ਮੈਂ ਮੰਦਭਾਗਾ ਜਾਣਦਾ ਬੁੱਝਦਾ ਵੀ ਕੁਝ ਨਾ ਕਰ ਸਕਦਾ। ਗਿਆਨ ਸਿੰਘ, ਇਹ ਸਾਰੇ ਪਾਪ ਦਾ ਭਾਗੀ ਸਿਰਫ ਇਹ ਨੀਚ ਸੰਤ ਰਾਮ ਸਿੰਘ ਹੀ ਹੈ। ਆਪ ਜੀ ਦੇ ਮਾਮਾ ਜੀ ਤੇ ਮਾਮੀ ਜੀ ਤਾਂ ਨਿਸ਼ਕਪਟ ਅਤੇ ਸੁਹਿਰਦ ਟਹਿਲੂਏ ਹਨ। ਜਿਵੇਂ ਹੁਕਮ ਹੋਇਆ ਸਤ ਬਚਨ ਕਹਿ ਕੇ ਕਰੀ ਜਾ ਰਹੇ ਹਨ। ਗੁਰਦਿਆਲ ਸਿੰਘ, ਭਾਈ ਗਿਆਨ ਸਿੰਘ ਜੀ, ਰਾਧਾ ਸੁਆਮੀਆਂ, ਨਾਮਧਾਰੀਆਂ ਅਥਵਾ ਨਿਰੰਕਾਰੀਆਂ ਆਦਿ ਵਿਰੁੱਧ ਸਾਡਾ ਰੌਲਾ ਪਾਉਣਾ ਅਤੇ ਝਗੜੇ ਖੜੇ ਕਰਨੇ ਵਾਧੂ ਦੀ ਮੂਰਖਤਾਈ ਹੈ। ਉਹ ਤਾਂ ਅੱਡ ਹੋ ਕੇ ਵੱਖਰੇ ਗੁਰੂ ਥਾਪ ਬੈਠੇ ਹਨ। ਸਿੱਖ ਦਾ ਦਿਲ ਕਰੇ ਉਹਨਾਂ ਕੋਲ ਜਾਵੇ ਤੇ ਭਾਵੇਂ ਨਾ ਜਾਵੇ। ਫਿਰ ਉਹਨਾਂ ਵਿਰੁੱਧ ਅਸੀਂ ਸਟੇਜਾਂ 'ਤੇ ਵੀ ਖੁੱਲ੍ਹਾ ਪ੍ਰਚਾਰ ਕਰ ਸਕਦੇ ਹਾਂ ਅਤੇ ਜੋ ਦਿਲ ਕਰਦਾ ਲਿਖ ਵੀ ਸਕਦੇ ਹਾਂ। ਜੇ ਅਸੀਂ ਗੁਰੂ ਦੇ ਗਿਆਨ ਦਾ ਠੀਕ ਪ੍ਰਚਾਰ ਕਰਕੇ ਸਿੱਖ ਨੂੰ ਅਸਲੀਅਤ ਨਾਲ ਨਹੀਂ ਜੋੜ ਸਕਦੇ ਤਾਂ ਇਹ ਸਾਡਾ ਕਸੂਰ ਹੈ। ਉਹਨਾਂ ਵੱਖਰੇ ਹੋ ਚੁੱਕਿਆਂ ਦਾ ਕੀ ਦੋਸ਼ ਹੈ? ਰੋਣਾ ਤਾਂ ਇਹਨਾਂ ਸੰਤਾਂ ਦਾ ਹੈ ਜਿਹੜੇ ਵਿੱਚੇ ਰਹਿ ਕੇ ਅੰਦਰੋਂ ਅੰਦਰ ਪੰਥ ਦਾ ਘਾਤ ਕਰੀ ਜਾ ਰਹੇ ਹਨ ਅਤੇ ਸਾਡੀ ਬਦਕਿਸਮਤੀ ਇਹ ਆ ਬਣੀ ਹੈ ਕਿ ਅਸੀਂ ਇਹਨਾਂ ਵਿਰੁੱਧ ਬੋਲ ਵੀ ਨਹੀਂ ਸਕਦੇ। ਗੁਰੂ ਮਹਾਰਾਜ ਦਾ ਜਿੰਨਾ ਤਿਰਸਕਾਰ ਇਹ ਸੰਤ ਟੋਲੇ ਕਰ ਰਹੇ ਹਨ, ਇਹਨਾਂ ਹੋਰ ਕੋਈ ਨਹੀਂ ਕਰ ਸਕਦਾ। ਗਿਆਨ ਸਿੰਘ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸੰਤਾਂ ਦੇ ਡੇਰੇ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ ਜਾਂਦੇ, ਸਿਰਫ ਡੇਰੇਦਾਰ ਸੰਤ ਦੀ ਮਹਿਮਾ ਸੁਣ ਕੇ ਹੀ ਜਾਂਦੇ ਹਨ। ਗੁਰੂ ਦੇ ਦਰਸ਼ਨ ਤਾਂ ਪਿੰਡ ਦੇ ਗੁਰਦੁਆਰੇ ਵੀ ਹੋ ਸਕਦੇ ਹਨ। ਸੋ ਸਿੱਧ ਹੋ ਜਾਂਦਾ ਹੈ ਕਿ ਡੇਰਿਆਂ ਵਿੱਚ ਗੁਰੂ ਦੀ ਨਹੀਂ ਸਗੋਂ ਸੰਤ ਦੀ ਹੀ ਮਹਿਮਾ ਹੋ ਰਹੀ ਹੁੰਦੀ ਹੈ। ਆਪ ਜੀ ਦੀ ਸੰਗਤ ਕਰਕੇ ਅੱਜ ਸਮਝ ਆ ਰਹੀ ਹੈ ਕਿ ਜਿਨ੍ਹਾਂ ਕੁਕਰਮਾਂ ਨੂੰ ਅਸੀਂ ਕਰਾਮਾਤ ਸਮਝ ਕੇ ਕਿਸੇ ਭੇਖੀ ਨੂੰ ਬੜਾ ਪੁੱਗਿਆ ਹੋਇਆ ਸਮਝਣ ਦਾ ਭੁਲੇਖਾ ਖਾ ਕੇ ਉਸ ਦਾ ਸਤਿਕਾਰ ਅਥਵਾ ਉਸ ਦੀ ਪੂਜਾ ਕਰਦੇ ਹਾਂ, ਅਸਲ ਵਿੱਚ ਉਹ ਸੱਚ ਨੂੰ ਛੱਡ ਕੇ ਝੂਠ ਨਾਲ ਜੁੜਿਆ ਹੋਇਆ ਲੋਕਾਂ ਨੂੰ ਕੁਰਾਏ ਪਾ ਰਿਹਾ ਹੁੰਦਾ ਹੈ। ਇੱਥੇ ਹੀ ਦੇਖ ਲਵੋ, ਘਰ ਵਾਲਿਆਂ ਨੂੰ ਵੀ ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲੀ ਸ਼ਕਤੀ ਸੰਤ ਕੁਟੀਆ ਵਿੱਚ ਬਰਾਜੀ ਹੋਈ ਹੀ ਨਜ਼ਰੀ ਆ ਰਹੀ ਹੈ। ਬਾਹਰੋਂ ਵੀ ਜਿੰਨੇ ਆਉਂਦੇ ਹਨ ਉਹ ਸਤਿਗੁਰਾਂ ਵੱਲ ਐਵੇਂ ਰਸਮ ਦੇ ਬੱਝੇ ਦਿਖਾਵੇ ਮਾਤਰ ਹੀ ਜਾਂਦੇ ਹਨ। ਅਸਲ ਖਿੱਚ ਤਾਂ ਸੰਤਾਂ ਦੀ ਚਰਨਾਮਿਰਤ ਛਕਣ ਦੀ ਅਤੇ ਸੰਤ ਕੁਟੀਆ ਦੀ ਹਾਜ਼ਰੀ ਭਰਨ ਦੀ ਹੁੰਦੀ ਹੈ। ਗੁਰਦਿਆਲ ਸਿੰਘ, ਦਿਲ ਤਾਂ ਕਰਦਾ ਹੈ ਕਿ ਹੁਣੇ ਹੀ ਇਸ ਪਖੰਡੀ ਟੋਲੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂ ਕਿ ਉਹ ਆਪਣਾ ਡੇਰਾ ਡੰਡਾ ਚੁੱਕ ਲੈਣ, ਪਰ ਡਰ ਹੈ ਕਿ ਮੇਰੇ ਭੋਲੇ ਭਾਲੇ ਮਾਮੀ ਜੀ ਅਤੇ ਮਾਮਾ ਜੀ ਨੂੰ ਸੰਤਾਂ ਦੀ ਕਿਰਪਾ ਨਾਲ ਪੁੱਤਰ ਦੀ ਪੱਕੀ ਆਸ ਬੱਝ ਚੁੱਕੀ ਹੈ। ਉਹਨਾਂ ਨੇ ਸਾਰੀ ਉਮਰ ਮੇਰੇ ਮੱਥੇ ਨਹੀਂ ਲੱਗਣਾ। ਗਿਆਨ ਸਿੰਘ, ਬਿਲਕੁਲ ਸੱਚ ਹੈ। ਆਪ ਜੀ ਦਾ ਚੁੱਪ ਰਹਿਣਾ ਹੀ ਠੀਕ ਹੈ। ਇੱਕ ਹੋਰ ਭੁਲੇਖਾ ਹੈ ਜਿਸ ਨੂੰ ਦੱਸਣ ਵਿੱਚ ਹੁਣ ਝਿਜਕ ਅਨੁਭਵ ਹੋ ਰਹੀ ਹੈ, ਪਰ ਸ਼ੰਕਾ ਦੂਰ ਕਰ ਲੈਣ ਦੀ ਇੱਛਾ ਵੀ ਬੜੀ ਹੈ। ਗੁਰਦਿਆਲ ਸਿੰਘ, ਝਿਜਕ ਛੱਡ ਕੇ ਖੁੱਲ੍ਹ ਕੇ ਗੱਲ ਕਰੋ। ਦਾਸ ਹੁਣ ਆਪ ਜੀ ਵਾਸਤੇ ਓਪਰਾ ਨਹੀਂ ਰਿਹਾ, ਕਰੋ ਹੁਕਮ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 8ਵੇਂ ਕਾਂਡ ਦਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।